इधर साइड पे लगा दो, बोले साइड पे। सो निहाल सत श्री अकाल। वाहे गुरु वाहे गुरु वाहे गुरु वाहे गुरु वाहे गुरु वाहे वाहे गुरु वाहे गुरु वाहे गुरु वाहे सतगुरु नानक परगटिया मिट्टी तुंद जग चानन हुआ। वाहेगुरु 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 सतगुरु नानक परगटिया मिट्टी तुंद जग चानन हुआ। जो कर सूरज निकलिया तारे छपे अंधेर पलोआ। तारे छपे अंधेर पलोआ सतगुरु नानक परगटिया। सिंह बुके मिर्गावली पन्नी जाए ना तीर तरोआ। जिथे बाबा पैर तरे पूजा सड़ता पर सोआ। मिट्टी तुंद जग चानन हुआ सतगुरु नानक परगटिया। सब जगत दे नानक याद मते जे को। कर कर अंदर धर्म साल होवे कीर्तन सदा विसोआ। मिट्टी तुंद जग चानन हुआ सतगुरु नानक परगटिया। वली कंधारी इनको इसलिए बोलते हैं कि अफगानिस्तान के शहर कंधार से गया है।
गौस पाक के ये पोतरे हैं। शेख अब्दुल कादिर जिलानी बगदाद शरीफ वाले, उनके ये पोतरे हैं। इमाम बरी सरकार का बहुत बड़ा दरबार है इस्लामाबाद में, हमारे इस्लामाबाद में। उनका ये पीर खाना, उनका ये मुर्शद खाना, वो भी बहुत बड़े अल्लाह के वली हैं। अगर उनका ये दर्जा तो इनका क्या दर्जा होगा। बाबा गुरु नानक, बाबा वली कंधारी दोनों आपस में दोस्त हैं। उन्होंने अपनी गुरु ग्रंथ में ये फरमाया कि मेरे मंदिर में, मेरे गुरुद्वारे में जो भी हाजिरी के लिए आएगा, यात्रा के लिए आएगा, वो वली कंधारी की हाजिरी देगा। इसलिए आप लोगों का इधर आना ज़रूरी है। इसकी तमाम मुकम्मल सफाई मैं खुद करता हूँ, सुबह दरबार शरीफ में खुद खोलता हूँ। ये जो रास्ता आप तय करके हैं, ये तकरीबन 1.25 किलोमीटर का रास्ता है। 1.25 किलोमीटर का ये रास्ता बनता है। ये सीढ़ियाँ गवर्नमेंट ने बनाई हैं 82 लाख रुपए की। ये तकरीबन 850 स्टेप बनते हैं, 850। प्लेन रास्ता इसका ज़्यादा है, 850 स्टेप बनते हैं। तकरीबन 1.25 किलोमीटर बन जाता है ऊपर चढ़। करेगा अब सारे करो, आ जाओ। क्या बात, इसे मुंह देख। ओहो छोटे ਤੇ ਬੈਠੇ ਹਾਂ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਵਿੱਚ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ 1521 ਵਿੱਚ ਇੱਥੇ ਆਏ ਭਾਈ ਮਰਦਾਨਾ ਦੇ ਨਾਲ, ਤਾਂ ਭਾਈ ਮਰਦਾਨਾ ਨੂੰ ਬੜੀ ਪਿਆਸ ਲੱਗੀ ਸੀ। ਤਾਂ ਭਾਈ ਮਰਦਾਨਾ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਹਾ ਕਿ ਮੈਨੂੰ ਬੜੀ ਪਿਆਸ ਲੱਗੀ ਹੈ। ਤਾਂ ਇੱਥੇ ਪੂਰੇ ਹਸਨ ਅਬਦਾਲ ਦੀ ਨਗਰੀ 'ਚ ਸਿਰਫ ਪਹਾੜ ਸਨ। ਇੱਥੇ ਕੋਈ ਪਾਣੀ ਦਾ ਸੰਬੰਧ ਜਾਂ ਪ੍ਰੋਪਰ ਉਹ ਨਹੀਂ ਸੀ ਪਾਣੀ ਦਾ ਕੋਈ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਕਿ ਇੱਕੋ ਹੀ ਇੱਕ ਬੰਦਾ ਹੈ ਵਲੀ ਕੰਧਾਰੀ, ਜਿਹਦੇ ਨਾਲ ਪਾਣੀ ਦਾ ਖੂਹ ਹੈ ਇੱਕ ਪਹਾੜ ਵਿੱਚ। ਤਾਂ ਤੁਸੀਂ ਉਹਦੇ ਨਾਲ ਲੈ ਜਾਓ ਅਤੇ ਉਸਦੇ ਕੋਲ ਪਾਣੀ ਮੰਗ ਕੇ, ਪਾਣੀ ਪੀ ਕੇ, ਪਿਆਸ ਬੁਝਾ ਕੇ ਤੁਸੀਂ ਪਹਾੜ ਦੇ ਥੱਲੇ ਵਾਪਸ ਆ ਜਾਓ। ਜਦੋਂ ਭਾਈ ਮਰਦਾਨਾ ਪਹਾੜ ਦੇ ਉੱਤੇ ਚੜ੍ਹੇ, ਜਦੋਂ ਉਹਦੇ ਨਾਲ ਗਏ, ਤਾਂ ਵਲੀ ਕੰਧਾਰੀ ਨੇ ਹੰਕਾਰ ਦੇ ਨਾਲ ਆ ਕੇ ਉਹਨੂੰ ਪਾਣੀ ਨਹੀਂ ਦਿੱਤਾ ਅਤੇ ਉਲਟ ਸੁਲਟ ਸ਼ਬਦ ਸੁਣਾ ਕੇ ਵਾਪਸ ਭੇਜ ਦਿੱਤਾ। ਜਦੋਂ ਭਾਈ ਮਰਦਾਨਾ ਵਾਪਸ ਆਏ, ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਿਹਾ ਕਿ ਮੈਨੂੰ ਤਾਂ ਪਾਣੀ ਨਹੀਂ ਦਿੱਤੀ ਅਤੇ ਪਾਣੀ ਦੀ ਬੜੀ ਪਿਆਸ ਦੀ ਬੜੀ ਚਾਹ ਹੈ ਮੈਨੂੰ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਹਾ ਕਿ ਇੱਕ ਵਾਰੀ ਫਿਰ ਨਮਰਤਾ ਦੇ ਨਾਲ ਜਾ ਕੇ ਉਹਨੂੰ ਪਾਣੀ ਦੀ ਮੰਗ ਕਰੋ ਅਤੇ ਉਹਨੂੰ ਕਹੋ ਕਿ ਬਾਬਿਆਂ ਦਾ ਕੰਮ ਹੈ ਦੂਜੇ ਨੂੰ ਦੇਣਾ, ਸੰਤਾਂ ਦਾ ਕੰਮ ਹੈ ਦੇਣਾ, ਅਤੇ ਰੱਬ ਦੇ ਬੰਦੇ ਦਾ, ਵਲੀ ਦਾ ਕੰਮ ਹੈ ਪਾਣੀ ਦੇਣਾ, ਨਾ ਕਿ ਮਨਾ ਕਰਨਾ। ਤਾਂ ਫਿਰ ਉਹ ਫਿਰ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ ਦੇ ਮੁਤਾਬਿਕ ਉਹ ਵਾਪਸ ਗਏ ਉੱਥੇ। ਅਤੇ ਜਦੋਂ ਦੁਬਾਰਾ ਪਾਣੀ ਮੰਗਿਆ ਤਾਂ ਉਹਨਾਂ ਨੇ ਫਿਰ ਉਹੀ ਉਲਟੇ ਸ਼ਬਦ ਬੋਲੇ ਅਤੇ ਪਾਣੀ ਦੇਣ ਤੋਂ ਮਨਾ ਕਰ ਦਿੱਤਾ। ਜਦੋਂ ਦੁਬਾਰਾ ਨੀਚੇ ਆਏ ਤਾਂ ਗੁਰੂ ਨਾਨਕ ਦੇਵ ਮਹਾਰਾਜ ਨੇ ਜਦੋਂ ਤੀਜੀ ਵਾਰ ਫਿਰ ਭੇਜਿਆ, ਤਾਂ ਫਿਰ ਹੰਕਾਰ ਵਿੱਚ ਆ ਕੇ ਵਲੀ ਕੰਧਾਰੇ ਨੇ ਇਹ ਤੱਕ ਕਹਿ ਦਿੱਤਾ ਕਿ ਜਾਓ ਆਪਣੇ ਵਲੀ ਨੂੰ ਕਹੋ ਕਿ ਜੇਕਰ ਤੁਹਾਡੇ ਨਾਲ ਰੱਬ ਦੀ ਤਾਕਤ ਹੈ, ਜੇਕਰ ਤੁਹਾਡੇ ਨਾਲ ਤਾਕਤ ਹੈ, ਤੁਸੀਂ ਰੱਬ ਦੇ ਬੰਦੇ ਹੋ, ਤਾਂ ਇੱਕ ਘੁੱਟ ਪਾਣੀ ਨਹੀਂ ਦੇ ਸਕਦੇ ਮੈਨੂੰ। ਤਾਂ ਇਹ ਸ਼ਬਦ ਸੁਣ ਕੇ ਉਹ ਵਾਪਸ ਆ ਗਿਆ। ਜਦੋਂ ਭਾਈ ਮਰਦਾਨਾ ਨੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹੇ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨਾ ਨੂੰ ਕਿਹਾ ਕਿ ਤੁਸੀਂ ਥੱਲੇ ਜਿਹੜੀ ਇਹ ਪੱਥਰ ਪਿਆ ਹੈ, ਇਹ ਪੱਥਰ ਅੱਗੇ ਪਾਸੇ ਕਰ ਦਿਓ। ਜਦੋਂ ਉਹ ਪੱਥਰ ਅੱਗੇ ਪਾਸੇ ਕਰ ਦਿੱਤਾ ਤਾਂ ਥੱਲੋਂ ਇੱਕ ਚਸ਼ਮਾ ਨਿਕਲ ਆਇਆ। ਆਪ ਜੀ ਦਰਸ਼ਨ ਵੀ ਕਰ ਸਕਦੇ ਹੋ, ਮੇਰੇ ਪਿੱਛੇ ਸਿੱਧੋ ਚਸ਼ਮਾ ਨਿਕਲ ਰਿਹਾ ਹੈ। ਅਤੇ ਉੱਥੇ ਜਦੋਂ ਚਸ਼ਮਾ ਨਿਕਲਿਆ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਮਰਦਾਨਾ ਨੂੰ ਕਿਹਾ ਕਿ ਤੁਸੀਂ ਹੁਣ ਜਲ ਛਕੋ। ਜਦੋਂ ਇਹ ਚਮਤਕਾਰ, ਇਹ ਕਰਾਮਾਤ ਵਲੀ ਕੰਧਾਰੀ ਨੇ ਵੇਖੇ ਤਾਂ ਉਹ ਹੈਰਾਨ ਵੀ ਹੋਇਆ ਅਤੇ ਕ੍ਰੋਧ ਵਿੱਚ ਵੀ ਆ ਗਿਆ, ਗੁੱਸੇ ਵਿੱਚ ਆ ਗਿਆ, ਕਿਉਂਕਿ ਉੱਥੇ ਉਸਦਾ ਜਿਹੜਾ ਖੂਹ ਸੀ ਉਹ ਸੁੱਕ ਰਿਹਾ ਸੀ। ਤਾਂ ਉਹ ਕ੍ਰੋਧ ਵਿੱਚ ਆ ਗਿਆ। ਉਹਨੇ ਵੱਡਾ ਸਾਰਾ ਪਹਾੜ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉੱਤੇ ਸੁੱਟ ਦਿੱਤਾ। ਜੋ ਉਹ ਰੁੜਦਿਆਂ ਗੁਰੂ ਨਾਨਕ ਦੇਵ ਜੀ ਦੇ ਕੋਲ ਆਉਣ ਲੱਗ ਪਿਆ, ਨਜ਼ਦੀਕ ਪਹੁੰਚ ਹੀ ਗਿਆ, ਤਾਂ ਭਾਈ ਮਰਦਾਨਾ ਨੇ ਕਿਹਾ ਕਿ ਉੱਪਰੋਂ ਪਹਾੜ ਆ ਰਿਹਾ ਹੈ।
ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਤੁਸੀਂ ਜਲ ਛਕ ਕੇ ਆਪਣਾ ਪਿਆਸ ਬੁਝਾਓ, ਪਹਾੜ ਨੂੰ ਮੈਂ ਵੇਖਦਾ। ਤਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧਾ ਹੱਥ ਲਾ ਕੇ ਪਹਾੜ ਨੂੰ ਵੀ ਮੋਮ ਦਾ ਬਣਾ ਦਿੱਤਾ ਅਤੇ ਪਹਾੜ ਦੇ ਉੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੱਥ ਦੇ ਨਿਸ਼ਾਨ ਅੱਜ ਵੀ ਮੌਜੂਦ ਨੇ। ਆਪਾਂ ਦਰਸ਼ਨ ਵੀ ਕਰ ਸਕਦੇ ਹਾਂ ਉਹਨਾਂ ਦੇ ਤੇ ਗੁਰਦੁਆਰਾ ਸ੍ਰੀ ਪੰਜੇ ਸਾਹਿਬ ਜੀ ਦੇ ਜਿੱਥੇ ਅਸੀਂ ਬੈਠੇ ਹਾਂ। गुरु नानक आया, नानक आया। सुनी पुकार दातार प्रभु, सुनी पुकार सुनी पुकार दातार प्रभु, सुनी गुरु नानक जग माहे पठाया, गुरु नानक जग माहे पठाया। चरण तोए रहे रास कर, चरण तोए रहे रास कर। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਾਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ
ਕਾਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। जिसके सिर ऊपर तू स्वामी, सो दुख कैसा पावे। जिसके सिर ऊपर तू स्वामी, सो दुख कैसा मरना चीत न आवे। सब ते वड्डा सतगुर नानक जिन कल राखी मेरी। सब ते वड्डा सतगुर नानक जिन कल राखी प्यारी साध संगत जीओ, इस वेले आप जी जिस स्थान ते दर्शन कर रहे हो या जिस स्थान ते बैठे हो, वो स्थान आप संगतां ने कैमरे राही वेख लिया है, गुरुद्वारा पट्टी साहिब है। ये वो पावन पवित्र स्थान है कि गुरु नानक पातशाह जी नूं उन्हां दे पिता जी ने इतिहास विच जिक्र आउंदा है कि 6-7 साल की उम्र विच इस स्थान ते जिथे आपां बैठे हाँ, इस स्थान ते पांदे गोपाल पंडित पास पढ़न वास्ते भेजिया सी। गुरु नानक पातशाह के पिता कल्याण दास मठियाई का डैबा लै करके जब पहली बार इस स्थान पर आए तो पांदी जी ने मठियाई का डब्बा दे के कहा कि ये मेरा बच्चा है, ये मेरा बाल है, इसनों आप जी ने विद्या देनी है, हिंदी संस्कृति विद्या देनी है। तो गुरु नानक पातशाह नूं जद उन्होंने वेख्या तो उन्होंने चेहरे ते बहुत नूर सी, तो वो बड़े प्रसन्न होए। उन्होंने कहा ठीक है जी। जब गुरु नानक पातशाह जी को पढ़ाना शुरू किया तो गुरु नानक पातशाह की जी सोच, गुरु नानक पातशाह के जो दिमाग से बहुत तेज सी, बचपन तो ही उन्होंने सोच बाकिया बच्चों वांग नहीं सी है। वो बड़े थोड़े समय दे विच काफ़ी कुछ सीख गए सन। अते एक दिन बैठे सन तो तख्ती, क्योंकि पुराने जमाने दे विच स्कूलों के तख्ती लिखाई जाती सी। गुरु नानक पातशाह तख्ती लै करके वो पंजाबी च लिखना उन्हें शुरू किया सी। ऊड़ा ऐड़ा एड़ी जी 35 है ना, वो 35 अखरी उन्हें लिखी सारी अर्थां समेत। तो गुरु नानक पांदी जी ने कहा कि ये बाल अज की लिख रहा है, बाल अज बहुत मस्त है। तो जब उन्हें वेख्या गुरु नानक पातशाह की तख्ती तो उन्हें वेख्या उन्हें 35 लिखी हुई सी। पांदी जी ने कहा कि एक ही चीज़ तुसीं लिखी है। गुरु नानक पातशाह ने उन्होंने फिर वो पूरी तख्ती सुनाई जिहदे विच आत्मिक उपदेश सी, जिहड़ा उन्होंने कहा कि ये वो बाणी है 432 अंक ते वो बाणी दर्ज है गुरु ग्रंथ साहिब दे महाराज जिहड़ी इत्थे उचारी गई सी। राग आसा पट्टी नामी बाणी लिखी सस्सा सोए श्रेष्ठ जिन साजी सबना साहिब एक पाया। जब पांदी जी ने वेख्या कि इन्हें तो मैनू ही ज्ञान दे दिता है, मैनू ही आत्मिक उपदेश दे दिता है, तो उन्होंने पिता कोल गए और उन्होंने कहा कि
ਆਪ ਜੀ ਨੇ ਬਾਲ ਨੇ ਤਾਂ ਮੈਨੂੰ ਪੜ੍ਹਾ ਦਿੱਤਾ ਹੈ ਜੀ, ਮੈਨੂੰ ਹੀ ਪੱਟੀ ਪੜ੍ਹਾ ਦਿੱਤੀ ਹੈ। ਇਸ ਕਰਕੇ ਗੁਰਦੁਆਰਾ ਦਾ ਨਾਮ ਵੀ ਗੁਰਦੁਆਰਾ ਪੱਟੀ ਸਾਹਿਬ ਰੱਖਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। झुकावा मैं तेरे हजूर नानक, ए शीस झुकावा मैं तेरे हजूर नानक, बन जाए जिंदगी दा ए दस्तूर नानक, बन जाए जिंदगी दा ए दस्तूर नानक। ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾ ਮੈਂ, ਤੇਰੇ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜ਼ਾਰਾਂ ਮੈਂ। ਇਸ ਅੰਮ੍ਰਿਤ ਸਰੋਵਰ ਵਿੱਚ ਫਿਰ ਟੁੱਬੀਆਂ ਮਾਰਾਂ ਮੈਂ, ਜੋ ਮੰਤਰ ਬਖਸ਼ਿਆ ਏ ਉਹ ਦਿਲ ਵਿੱਚ ਧਾਰਾਂ ਮੈਂ। गुरु नानक पातशाह जी ने भाई मर्दाने नू पैसे दिते, भाई ए ले 20 रुपए ते लंगर दा प्रबंध करो ते सच्चा सौदा करिए। भाई मर्दाने कहा तुसी पिता कालू जी लड़नगे साडे नाल ते असी सौदा लईए, कहंदे सच्चा सौदा उन्होंने कहा ते सच्चा सौदा आईए। उन्होंने साधुआं नू लंगर चखा के बहुत गुरु नानक पातशाह जी ने प्रसन्न होए ते साधु भी प्रसन्न हो गए, लंगर चखे। ते जदों गुरु पातशाह जी वापस आए ते अपने घर जाण वास्ते डर रहे सन ते इस दरख्त दे थल्ले आके छुपे हुए सन। ते भाई मर्दाने पिता कालू जी नू पता लग्या भाई इत्थे जाके छुपे हुए ने, ते गुस्से दे नाल पिता कालू जी आए थे ते गुरु पातशाह जी दे नाल जदों चंड मारी ते ओह इह दरख्त के जिथे चंड मारी सी गुरु नानक पातशाह जी नू, ते ओह दरख्त के गुरुद्वारा ये तंबू अस्थान ने ते इनू तंबू बोलते ने, गुरुद्वारा तंबू साहिब। धरती तन होए अंबर, सब पे दुख मुके सच्चे पातशाह जी। हथ बन दिया मत्था टेक दिया, तुसी आन टुके
सच्चे पातशाह जी हेठा चानण दा दरिया वगे उत्तो मेर दा बरसे मेघ बाबा जिन्ना थावां ते पाए पैर तुसी उत्थे अज भी वरते देग बाबा। पार नानक सब थाए कुंकार नानक हार नानक पार नानक सब थाए कुंकार नानक। इस गुरु घर का नाम है जी गुरुद्वारा क्यारा साहिब। ये वाक़या गुरु नानक साहब के बचपन का है, जब गुरु नानक पातशाह इतने बचपन में मझा गावां चराया करते सन। एक दिन गुरु साहब भगती में लीन सन कि गुरु साहब दी मझा किसी किसान के खेत में चलिया गई। वो किसान जोड़ा गुरु साहब को मंदा बोलिया और शिकायत लैके उस वक्त के हाकम राय बुलार खान पट्टी के कोल गया तो उसनों आख्या कि जो मेरा फसल का नुकसान होया है उसको पूरा किया जाए। जब गुरु नानक साहब ने उत्थे बुला के पूछा गया तो गुरु साहब ने यह अंतर दिता कि जोड़े जानवर ने उन्होंने तो चारा नज़र आना चाहिए है। ये ऐसी वंडियां पाइया ने कहा क्यारा मेरा और है क्यारा तेरा। तो गुरु साहब ने कहा कि जिवें किसान कह रहा है उस किस्म का कोई नुकसान नहीं होया। जब पंचायत राय बुलार जी और किसान इत्थे आके देखिया इसी स्थान पर वापस आए तो जिहड़ी फसल नूं उजड़ी हुई गया सी वो उस तरह हरी भरी खड़ी सी। तेरी दीद जहां प्रसाद नहीं तेरे बंके गुरु नानक तन गुरु नानक तन गुरु नानक नानक जी। तन गुरु नानक तन गुरु नानक तन गुरु नानक नानक जी। ये सन 1483 का वाक़या है जब श्री गुरु नानक देव जी महाराज 14 साल इस स्थान से अपनी मज्जा गावा चराई करते सन। एक बार अपनी मजा चार हुई तो महात्मा की प्रगति की शुरू होगी जब आपकी नींद आ गई आप जी लेट गए। जब सूरज का रुख बदलिया तार से रुख आ गई जाड़िया विच दुनिया नाक सब निकल गया हंस बन फुला के लार के गुरु जी ने मोती का मुँह छा गई। इस कदम मंजिल नवाब राय बुलार जी अपनी आँखें वेखी आपकी सच्ची श्रद्धालु बने जिन्होंने बाद में 750 मरबा जमीन गुरु जी नाम की पहचान हुई थी। तन गुरु नानक तन गुरु नानक नानक जी। तन गुरु नानक तन गुरु नानक तन गुरु नानक नानक जी। नानक आया गुरु नानक आया नानक आया गुरु नानक आया नानक आया गुरु नानक आया गुरु नानक आया गुरु नानक आया। कल तारण गुरु नानक आया कल तारण गुरु नानक आया। तन गुरु नानक तन गुरु नानक तन गुरु नानक नानक जी। तन गुरु नानक तन गुरु नानक। बाबा नानक छोटे बच्चे ਦੇ ਖੇਡਦੇ ਹੁੰਦੇ ਕਹਾਣੀਆਂ ਨਾਲ ਇੱਥੇ ਆਣ ਕੇ ਖੇਡਦੇ ਹੁੰਦੇ ਛੋਟੇ ਛੋਟੇ ਜਦੋਂ ਬਾਲ ਸਨ ਇਹਦਾ ਨਾਮ ਰੱਖਿਆ ਮੁੜ ਕੇ ਫਿਰ ਗੁਰਦੁਆਰਾ ਬਣਾਇਆ ਤੇ ਬਾਲ ਲੀਲਾ ਤੇ ਬਾਲ ਆਪਣੀ ਲੀਲਾ ਕਰਦੇ ਨੇ ਖੇਡਦੇ ਆ ਉਹ ਗੱਲ ਇਹਦਾ ਨਾਮ ਗੁਰਦੁਆਰਾ ਦਾ ਬਾਲ ਲੀਲਾ।
तुम करो दया मेरे साईं, तुम करो दया मेरे साईं, तुम करो दया मेरे साईं, तुम करो दया मेरे साईं। ऐसी मत दीजिए मेरे ठाकुर, सदा सदा तुध ध्याई। ऐसी मत दीजिए मेरे ठाकुर, सदा सदा तुध ध्याई। तुम करो दया मेरे साईं, तुम करो दया मेरे साईं, तुम करो दया मेरे साईं, तुम करो दया मेरे साईं। ਇਹ ਗੁਰਦੁਆਰਾ ਸਾਹਿਬ ਸੱਚਾ ਸੌਦਾ ਜਿੱਥੇ ਉਹਦਾ ਕਾਲੂ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ 20 ਰੁਪਏ ਦੇ ਕੇ ਸੱਚਾ ਆਪਣਾ ਸੌਦਾ ਕਰਨ ਵਾਸਤੇ ਭੇਜਿਆ ਸੀ। ਸਤ ਗੁਰੂ ਨਾਨਕ ਦੇਵ ਜੀ ਦੇ ਵਿੱਚ ਆ ਰਹੇ ਸਨ ਤਾਂ ਰਾਹ ਵਿੱਚ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਉਹਨਾਂ ਦੀ ਮੰਗ ਕੀਤੀ ਕਿ ਉਹ ਰਾਹ ਵਿੱਚ ਉਹਨਾਂ ਨੂੰ ਲੰਗਰ ਦੀ ਜ਼ਰੂਰਤ ਹੈ। ਸੱਚੇ ਪਾਤਸ਼ਾਹ ਨੇ 20 ਰੁਪਏ ਦਾ ਲੰਗਰ ਲਾ ਕੇ ਤੇ ਇਸ ਥਾਂ 'ਤੇ ਜਿਹੜੀ ਇਹ ਜਾਂਡਿਆ ਜੋ ਇਹਦੇ ਥੱਲੇ ਉਹਨਾਂ ਨੇ ਉਹਨਾਂ ਨੂੰ ਲੰਗਰ ਛਕਾਇਆ ਸੀ 20 ਰੁਪਏ ਦਾ ਸੌਦਾ ਲਿਆ ਕੇ। पानी पखा पिसो संत आख, गुण गोबिंद जस गाई, गुण गोबिंद जस गाई, गुण गोबिंद जस गाई, गुण गोबिंद जस गाई। सास सास मन नाम समारे, ऐसी बांटती भाई, ऐसी बड़ी प्यारी बांटती है भाई, बड़ी अच्छी, बहुत अच्छी बांटती है भाई। नमक डाल, नमक बड़ी बड़ी प्यारी बांटती है, बड़ी अच्छी बांटती है। ऐसी मकाई बांटती है ना यार मेरे गाना तो दे रहे नहीं, वो नहीं मेरा किधर गया? मेरा है ना, मेरा कौन सा है भाई? हेलो तुम्हारा बीच चाहिए, ये गरम करके दो दो। अच्छा ये ਸਮੂਹ ਜਗਤ ਸਮੂਹ ਗੁਰੂ ਨਾਨਕ ਨਾਮ ਲੈਵਾ ਨੂੰ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਲੱਖਾਂ ਤੇ ਕਰੋੜਾਂ ਵਾਰ ਵਧਾਈਆਂ ਪੇਸ਼ ਕਰਦਾ। ਇਹ ਉਹ ਪਵਿੱਤਰ ਅਸਥਾਨ ਹੈ ਗੁਰਦੁਆਰਾ ਸ੍ਰੀ ਜਨਮ ਅਸਥਾਨ, ਜਿੱਥੇ ਕਿ 1469 ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਆਮਦ ਹੋਈ। ਜਿਸ ਤਰ੍ਹਾਂ ਕਿ ਸ਼ਬਦ ਪੜ੍ਹਦੇ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਇਆ, ਝੂਮ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਇਹ ਉਹੀ ਪਵਿੱਤਰ ਅਸਥਾਨ ਹੈ ਗੁਰਦੁਆਰਾ ਸ੍ਰੀ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ। ਸਾਧ ਸੰਗਤ ਜੀ ਤੁਸੀਂ ਇੱਥੇ ਹੁਣ ਵੇਖੋਗੇ ਕਿ ਕੀ ਹੁੰਦਾ ਹੈ।
ਹੋਵੇਗੀ ਹਾਰ ਤੇਰੀ ਇਹਦੇ ਸਬਰ ਦੀ ਅੱਖ ਜਾਊਗੀ ਖੱਲੀ ਤਲਵਾਰ ਤਲਵਾਰ ਖਿੱਚੀਏ ਰੁਸਤਮ ਖਾਨ ਨੇ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ ਮਿੱਟੀ ਧੁੰਦ ਜਗ ਜਾਣਨ ਹੋਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ
ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਰੇਤ ਰੋੜਿਆਂ ਦੀ ਕੜੀ ਵਿਛਾ ਕੇ ਇੱਥੇ ਬੈਠ ਕੇ ਤਪੱਸਿਆ ਕੀਤੀ, ਭਗਤੀ ਕੀਤੀ। ਇਹ ਜਿੰਨੀ ਵੀ ਸਾਰੀ ਧਰਤੀ ਸੀ ਰੋਣਾ ਵਾਲੀ ਸੀ, ਇਸ ਲਈ ਇਸ ਪਾਵਨ ਪਵਿੱਤਰ ਸਥਾਨ ਦਾ ਨਾਮ ਗੁਰਦੁਆਰਾ ਰੋੜੀ ਸਾਹਿਬ ਪਿਆ। ਇਹਨਾਂ ਸਾਰੀ ਧਰਤੀ ਤੇ ਦੋ ਗੁਰਦੁਆਰਾ ਸਾਹਿਬ ਹੋਰ ਨੇ। ਇੱਕ ਭਾਈ ਲਾਲਾ ਦਾ ਗੁਰਦੁਆਰਾ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੋਤਰੇ ਦੀ ਰੋਟੀ ਦਾ ਪ੍ਰਸਾਦ ਛਕਿਆ ਸੀ ਤੇ ਮਰਦ ਭਾਗੋ ਦੇ ਪੁੱਤਿਆਂ ਚ ਲਹੂ ਅਤੇ ਭਾਈ ਲਾਲੋ ਦੀਆਂ ਰੋਟੀਆਂ ਚ ਦੁੱਧ ਕੱਢਿਆ ਸੀ। ਤੀਸਰਾ ਜਿਹੜਾ ਪਾਵਨ ਪਵਿੱਤਰ ਸਥਾਨ ਹੈ ਗੁਰਦੁਆਰਾ ਚੱਕੀ ਸਾਹਿਬ, ਜਿਹੜਾ ਪਹਿਲੇ ਵਕਤ ਵਿੱਚ ਬਾਬਰ ਦਾ ਜੇਲ੍ਹ ਖਾਨਾ ਹੁੰਦਾ ਸੀ। ਬਾਬਰ ਨੇ ਜਿਹੜੇ ਸ਼ਹਿਰ ਦਾ ਹਮਲਾ ਕਰਨਾ, ਉੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਆਪਣੀ ਕੈਦ ਵਿੱਚ ਕਰ ਲੈਣਾ। ਜਦੋਂ ਕੈਦ ਵਿੱਚ ਕਰ ਲੈਣਾ, ਉਹਨਾਂ ਨੂੰ ਕੰਮ ਕੀ ਕਰਾਉਂਦਾ ਸੀ ਬਾਬਰ? ਚੱਕੀਆਂ ਚਲਾਉਣੀਆਂ ਅਤੇ ਦਾਣੇ ਪਸਾਉਣੇ। ਧਰਤੀ ਤੇ ਬਾਬਰ ਨੇ ਹਮਲਾ ਕੀਤਾ ਤੇ ਇਸ ਸਥਾਨ ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਸਨ। ਇਸ ਸਥਾਨ ਤੋਂ ਉਹਨਾਂ ਨੂੰ ਕੈਦ ਕਰਕੇ ਜੇਲ੍ਹ ਖਾਨੇ ਦੇ ਵਿੱਚ ਲੈ ਗਏ। ਜੇਲ੍ਹ ਖਾਨੇ ਵਿੱਚ ਜਦੋਂ ਕੈਦ ਕੀਤਾ ਤਾਂ ਹੁਕਮ ਦਿੱਤਾ ਕਿ ਜਿੰਨੇ ਵੀ ਕੈਦੀ ਨੇ ਚੱਕੀਆਂ ਚਲਾਉਣਗੇ, ਦਾਣੇ ਪੀਸਣਗੇ। ਉੱਥੇ ਫਿਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਾਬਰ ਬਾਣੀ ਉਚਾਰੀ, ਜਿਹਨਾਂ ਚੋਂ ਸ਼ਬਦ ਇਹ ਵੀ ਹੈ, जैसी में आवे कसम की वाणी तैसरा करी ज्ञान मिला लो, पाप की जंज रेखा को गया जोरी मंगे दान मिला लो। जब गुरु नानक देव जी महाराज जी ने जेल खाने में शब्द उचारिया, जेल खाने दी सारियां चक्कियां आपो आप करन लगियां। जब बाबर ने नजारा देखा तो गुरु नानक देव जी महाराज ने कदम टेक के माफी मंगी और जितने भी सारे कैदी सन उन्होंने आजाद कर दिया। वाहेगुरु 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 धन गुरु नानक धन गुरु नानक। संगत जी, आप जैसे स्थान दर्शन कर रहे हो, इस गुरुद्वारा का नाम है गुरुद्वारा बाबे की बेर सियालकोट। अरब शहर तो बहुत सारे पीर फकीर ਜਿਹੜੇ ਸੀਗੇ इस्लाम का प्रचार करने वास्ते आए। उन्होंने एक पीर सन पीर हमजा गौस, जिन्होंने सियालकोट शहर में जाके अपने इस्लाम का प्रचार करना शुरू किया। सियालकोट शहर एक फैमिली सी जिन्होंने घर औलाद नहीं सी हो रही, तो किसी ने कहा कि तुम पीर हमजा गौस दरबार से जाओ तो जाके जो भी दुआ मंगोगे पूरी हो जाएगी। वो फैमिली पीर हमजा गौस के कोल गई, जाके कहने लगे कि पीर जी साढ़े घर औलाद नहीं हो रही, तुम रब अगे दुआ करो तो जो भी तुम मंगोगे अस थानू देवांगे। पीर हमजा गौस कहने लगे मैं रब अगे दुआ करांगा, पर शर्त है कि जो पहला बच्चा होएगा उन्होंने मेरे दरबार से छड्ड के जाना है, और तुम मैनू दे के जाना है। और परिवार कहता कि चलो ठीक है। पर जिस टाइम उनके घर पहला बच्चा होया तो परिवार कहता कि नहीं साडा बच्चा सानू प्यारा है तो असीं नहीं दे सकते, तुसीं दूसरा बच्चा रख लियो। इस तरह 8 साल गुजर गए लारे रोंदे रोंदे। तो पीर हमजा गौस कहने लगे जो सियालकोट शहर के लोग ने झूठे ने अपना वादा नहीं पूरा करते, मैं सियालकोट शहर तो बाहर कर देना है। तो मैं चिला कटांगा चल देना, जब सियालकोट शहर तो बाहर हो जाएगा। बाहर एक दरख्त है बेल का, जिस बेल से लैके श्री गुरु नानक देव जी बैठे हुए आसन लाया हुआ सीगा। तो जो लोगों को पता चलिया कि श्री गुरु नानक देव जी इतने आए थे, तो उन्होंने सियालकोट के लोगों ने आकर सब कुछ दसिया। श्री गुरु नानक देव जी ने अरदास बेनती की कि सानू बचा लो। फिर महाराज जी ने इतने खड़े होकर अरदास की। जिस वे अरदास की, जिस गुंबद थले बैठ के चूल्हा कट रहे थे, वो गुंबद तो फट गया। तो उन्होंने पीर हमजा गौस से घबरा के बाहर आ गए। उन्होंने सोचा कि शायद सियालकोट शहर तबाह हो गया होना, पर जिस टाइम बाहर आकर देखा सब कुछ ठीक ठाक सीगा।
पर फिर हमला को सारे श्री गुरु नानक देव जी के कोल आके पूछने लगे कि तुसी मेरा चला क्यों तोड़ा है। मैं तेरे लोगों ने सलाह दे रहा सीगा। श्री गुरु नानक देव जी कहने लगे कि सियालकोट लोग चंगे भी रहते हैं माड़े भी रहते हैं। तुसी एक इंसान की सदा पूरे सियालकोट नहीं दे सकते। फिर हमला को कहने लगे तुसी साबित करो चंगा कौन है तो माड़ा कौन है सियालकोट से। रब जी ने 2 टके दे के भाई मर्दाने जी को भेजा के जाके एक का सच लैके आओ तो एक का झूठ लैके आओ। भाई मर्दाना भी सियालकोट साइड फिरते फिरते भाई मूला खतरी के घर पहुँचे। जो उन्होंने घर पहुँचे तो उन्होंने देख के जगह जीना झूठ है तो मरना सच है। वो पर्चे लैके फिर हमला को उसको दिखाइया तो उन्होंने हंकार से टुट गए तो वापस चले गए। तो सियालकोट शहर से दबाव तो बच गया। श्री नानक देव जी कहने लगे कि सियालकोट जो है एक बीफ की रहने होंगे लोगों की भलाई वास्ते होंगे ना कि लोगों को तबाह करने वास्ते। वो बेड़ी जिस बेड़ी से लैके महाराज ने सियालकोट शहर तबाह तो बचाया सीगा ਅਤੇ ਸਤਿਗੁਰੂ ਦਾ ਫੈਸਲਾ ਕੀਤਾ ਸੀ। ਉਹ ਬੇੜੀ ਹਾਲੇ ਵੀ ਇਸ ਗੁਰਦੁਆਰਾ ਸਾਹਿਬ ਮੌਜੂਦ ਹੈ ਜਿਸ ਬੇੜੀ ਦਾ ਕਰਕੇ ਇਸ ਗੁਰਦੁਆਰੇ ਦਾ ਨਾਮ ਰੱਖਿਆ ਗਿਆ ਸੀ ਬਾਬੇ ਦੀ ਬੇਰ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਮਾਤਾ ਕੋਲਾ ਜੀ ਦਾ ਘਰ ਹੈ। ਮਾਤਾ ਕੋਲਾ ਜੀ ਨੇ ਜਦੋਂ ਉੱਥੇ ਰਹਿੰਦੇ ਸਨ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਿਰ ਤੋਂ ਕੇ ਜਦੋਂ ਕੇਸ ਤੋਂ ਕੇ ਛੱਤ ਤੇ ਚੜੇ ਸਨ ਤੇ ਮਾਤਾ ਕੋਲਾ ਜੀ ਨੂੰ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਬਹੁਤ ਹੀ ਵਧੀਆ ਚੰਗੇ ਲੱਗੇ ਸਨ ਤੇ ਮਾਤਾ ਕੋਲਾ ਜੀ ਨੇ ਕਿਹਾ ਮੈਂ ਵਿਆਹ ਕਰਨਾ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਰਨਾ ਹੈ। ਤੇ ਮਾਤਾ ਕੋਲਾ ਜੀ ਨੂੰ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੱਸਿਆ ਤੂੰ ਕਿਉਂ ਕਰਨਾ ਚਾਹੁੰਦੀ ਹੈ ਇਸ ਤਰ੍ਹਾਂ। ਤੇ ਉਹਨੇ ਕਿਹਾ ਭਾਈ ਜੇ ਨਾ ਮੇਰਾ ਦੁਨੀਆ ਦੇ ਵਿੱਚ ਨਾ ਹੋਏ ਤੇ ਉਹਨੇ ਕਿਹਾ ਤੇਰਾ ਨਾਂ ਪੂਰੀ ਹਰ ਦੁਨੀਆ ਦੇ ਵਿੱਚ ਰਹਿੰਦਾ ਰਹੇਗਾ। ਤੁਸੀਂ ਦਰਬਾਰ ਸਾਹਿਬ ਜਦੋਂ ਜਾਂਦੇ ਹੋ ਕੋਲ ਸਰੋਵਰ ਸਾਹਿਬ ਵੇਖਦੇ ਹੋ। ਕੋਲ ਸਰੋਵਰ ਸਾਹਿਬ ਦੇ ਵਿੱਚ ਦਰਸ਼ਨ ਵੀ ਕਰਦੇ ਹੋ ਇਸ਼ਨਾਨ ਵੀ ਕਰਦੇ ਹੋ। ਇਹ ਮਾਤਾ ਕੋਲਾ ਜੀ ਦਾ ਘਰ ਹੈ ਤੇ ਇੱਥੇ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਿੰਘ ਪਾਤਸ਼ਾਹ ਜੀ ਆਏ ਵੀ ਸਨ। ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ ਜਿਨ ਸਿਰਿਆ ਤਿਨ ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ
ਸਵਾਰਿਆ ਧੰਨ ਧੰਨ ਰਾਮਦਾਸ ਗੁਰ ਧੰਨ ਧੰਨ ਰਾਮਦਾਸ ਗੁਰ। ਵੱਡਾ ਸ਼ਹਿਰ ਹੈ ਪਹਿਲੇ ਨੰਬਰ ਤੇ ਆਉਂਦਾ, ਠੀਕ ਹੈ, ਤੇ ਪਾਕਿਸਤਾਨ 'ਚ ਦੂਜੇ ਨੰਬਰ ਤੇ, ਪਹਿਲੇ ਕਰਾਚੀ ਫਿਰ ਲਾਹੌਰ। ਇਨ ਏਸ਼ੀਆ 13ਵੇਂ ਨੰਬਰ ਤੇ, ਤੇ ਆਲ ਓਵਰ ਦੀ ਵਰਲਡ ਦੁਨੀਆ 'ਚ 97ਵੇਂ ਨੰਬਰ ਤੇ ਆਉਂਦਾ, ਠੀਕ ਹੈ। ਤੇ ਜਿੱਥੇ ਅਸੀਂ ਜਾ ਰਹੇ ਹਾਂ ਤੁਹਾਨੂੰ ਪਤਾ ਹੀ ਹੈ, ਵਾਘਾ ਬਾਰਡਰ ਜਾ ਰਹੇ ਹਾਂ, ਫਲੈਗ ਲੋਰਿੰਗ ਸੈਰੀਮਨੀ ਵੇਖਾਂਗੇ, ਦੋ ਮੁਲਕਾਂ ਦੇ ਦਰਮਿਆਨ ਇੱਕ ਬੜੀ ਜ਼ਬਰਦਸਤ ਪਰੇਡ ਹੋਏਗੀ, ਝੰਡੇ ਉਤਰਨਗੇ, ਉਹ ਵੇਖਾਂਗੇ ਤੇ ਮਜ਼ਾ ਹੀ ਆ ਜਾਏਗਾ ਉੱਥੇ ਕੁਛ ਹੋਰ ਹੀ, ਠੀਕ ਹੈ। ਆਪਾਂ ਜਿਹੜੇ ਅਸਥਾਨ ਦੇ ਦਰਸ਼ਨ ਕਰ ਰਹੇ ਹਾਂ, ਉਹ ਸਥਾਨ ਗੁਰਦੁਆਰਾ ਡੇਰਾ ਸਾਹਿਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਸਥਾਨ ਹੈ ਜੀ। ਉਹ ਸ਼ਹੀਦ, ਮਹਾਨ ਸ਼ਹੀਦ, ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਤਕਰੀਬਨ ਸਾਰਿਆਂ ਨੂੰ ਇਤਿਹਾਸ ਦਾ ਪਤਾ ਹੈ ਕਿ ਕਿਵੇਂ ਉਹਨਾਂ ਨੂੰ ਤਸੀਹੇ ਦਿੱਤੇ ਗਏ ਸੀਗੇ, ਕਿਵੇਂ ਉਹਨਾਂ ਨੂੰ ਅਵਲ ਦੀ ਦੇਗ ਵਿੱਚ ਬਿਠਾਇਆ ਗਿਆ, ਤੱਤੀ ਤਵੀ ਤੇ ਬਿਠਾਇਆ ਗਿਆ। ਅਸੀਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹਾਂ, ਤੁਸੀਂ ਦਰਸ਼ਨ ਕਰ ਰਹੇ ਹੋ ਜੀ। ਵਾਹਿਗੁਰੂ 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 ਗੁਰੂ ਅਰਜਨ ਦੇਵ ਮਹਾਰਾਜ ਨੂੰ ਇੱਥੇ ਜਿੱਥੇ ਅਸੀਂ ਆਪਾਂ ਬੈਠੇ ਹਾਂ, ਇੱਥੇ ਪਹਿਲਾਂ ਰਾਵੀ ਨਦੀ ਵਗਦੀ ਸੀ, ਕਿਉਂਕਿ ਪਿੱਛੇ ਸ਼ਾਹੀ ਕਿਲ੍ਹਾ ਹੈ। ਜਿਹੜੇ ਰਾਜੇ ਮਹਾਰਾਜੇ ਜਿੱਥੇ ਸ਼ਾਹੀ ਕਿਲ੍ਹੇ ਬਣਾਉਂਦੇ ਸੀ, ਉਹ ਨਦੀ ਉਹਨਾਂ ਦੇ ਨਾਲ ਵਗਦੀ ਸੀ। ਉਹਨਾਂ ਦਾ ਮਤਲਬ ਇਹ ਹੁੰਦਾ ਸੀਗਾ ਕਿ
ਨਦੀ ਦੇ ਵਗਦੇ ਹਵਾ ਨਦੀ ਨੂੰ ਛੂਹ ਕੇ ਠੰਡੀ ਹਵਾ ਉਸ ਵੱਲ ਜਾਂਦੀ ਸੀ ਤੇ ਇੱਥੇ ਰਾਵੀ ਨਦੀ ਵਗਦੀ ਸੀਗੀ। ਜਦੋਂ ਰਾਵੀ ਨਦੀ ਤੇ ਇਸ਼ਨਾਨ ਕਰਵਾਇਆ ਗਿਆ, ਇਸ਼ਨਾਨ ਕਰਨ ਦਾ ਇੱਥੇ ਇਸ਼ਨਾਨ ਕੀਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਤੇ ਇੱਥੇ ਹੀ ਰਾਵੀ ਨਦੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਲੋਪ ਹੋ ਗਏ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇੱਥੇ ਆਏ, ਉਹਨਾਂ ਨੂੰ ਗੱਦੀ ਮਿਲੀ, ਗੁਰਤਾ ਗੱਦੀ ਮਿਲੀ ਤੇ ਫਿਰ ਇੱਥੇ ਦਰਸ਼ਨ ਦੀਦਾਰ ਕਰਨ ਆਏ ਸੀਗੇ ਯਾਤਰਾ ਕਰਨ ਵਾਸਤੇ। ਇਹ ਜਿਹੜਾ ਥੜਾ ਬਣਾਇਆ ਸਾਹਮਣੇ ਬੈਠੇ ਆ ਜਿੱਥੇ ਇੱਥੇ ਥੜਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਸਥਾਨ ਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਰੱਖਿਆ। ਡੇਰੇ ਦਾ ਮਤਲਬ ਤਕਰੀਬਨ ਪੰਜਾਬੀਆਂ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਡੇਰੇ ਦਾ ਮਤਲਬ ਹੁੰਦਾ ਹੈ ਕੈਂਪਸ। ਮਤਲਬ ਕਿ ਗੁਰੂ ਅਰਜਨ ਦੇਵ ਮਹਾਰਾਜ ਕਿਤੇ ਗਏ ਨਹੀਂ, ਲੋਕ ਹੋ ਕੇ ਇੱਥੇ ਗੁਰੂ ਅਰਜਨ ਦੇਵ ਆਪ ਪੰਥਾਂ ਕਿਤੇ ਬੈਠੇ ਆ। ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਡੇਰਾ ਹੈ। ਸਿੱਖ ਕੌਮ ਦਾ ਇਹ ਮੰਨਣਾ ਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਡੇਰਾ ਹੈ। ਉਹ ਹਾਲੇ ਵੀ ਕਿਤੇ ਗਏ ਨਹੀਂ, ਉਹ ਹਾਲੇ ਵੀ ਮੌਜੂਦ ਨੇ ਤੇ ਬਹੁਤ ਵਡਭਾਗੀਆਂ ਆਪਾਂ ਇੱਥੇ ਦਰਸ਼ਨ ਕਰ ਰਹੇ ਹਾਂ। ਇਹ ਅਸਥਾਨ ਦਾ ਨਾਂ ਡੇਰਾ ਸਾਹਿਬ ਰੱਖਿਆ ਗਿਆ ਤੇ ਡੇਰਾ ਸਾਹਿਬ ਰੱਖਦੇ ਆ। ਫਿਰ ਉਸ ਤੋਂ ਬਾਅਦ ਕੁਛ ਟਾਈਮ ਗੁਜ਼ਰਦੇ ਆ ਜਿੱਦਾਂ ਪੰਜਾਬ ਤੇ ਹਕੂਮਤ ਆਈ ਮਹਾਰਾਜਾ ਰਣਜੀਤ ਸਿੰਘ ਦੀ। ਉਹ ਰਾਜਾ ਜਿਨ੍ਹਾਂ ਨੇ ਸਭ ਤੋਂ ਵੱਧ ਹਕੂਮਤ ਕੀਤੀ, ਲਗਭਗ 40 ਸਾਲ 6 ਮਹੀਨੇ 12 ਦਿਨ ਹਕੂਮਤ ਕਰਦੇ ਆ। ਉਸ ਤੋਂ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਅੰਤਿਮ ਸਮਾਂ ਆਇਆ, ਉਹਨਾਂ ਦਾ ਅੰਤਿਮ ਸੰਸਕਾਰ ਇਸੇ ਸਥਾਨ ਤੇ ਇਸੇ ਸਥਾਨ ਗੁਰਦੁਆਰਾ ਡੇਰਾ ਸਾਹਿਬ ਵਿਖੇ ਹੋਇਆ ਤੇ ਉਹਨਾਂ ਦੇ ਨਾਲ ਆਪ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ 4 ਧਰਮ ਸੁਪਤਨੀਆਂ ਜਿਹੜੇ ਹਿੰਦੂ ਧਰਮ ਸੁਪਤਨੀਆਂ ਸਨ, ਉਹਨਾਂ ਨੂੰ ਵੀ ਸਤੀ ਕੀਤਾ ਗਿਆ ਤੇ ਉਹਨਾਂ ਦਾ ਇੱਕ ਕਬੂਤਰ ਉੱਥੇ ਸਤੀ ਕੀਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਉਹ ਵੀ ਯਾਦਗਾਰ ਸਥਾਨ ਇੱਥੇ ਬਣਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਉਹ ਰਾਜੇ ਸੀਗੇ ਜਿਨ੍ਹਾਂ ਨੇ ਸਭ ਤੋਂ ਵੱਧ ਪਹਿਲੇ ਸਿੱਖ ਸੀਗੇ ਜਿਨ੍ਹਾਂ ਨੇ ਹਕੂਮਤ ਲਿਆ ਇੱਥੇ ਪੂਰੇ ਪੰਜਾਬ ਵਿੱਚ ਤੇ ਇਸ ਲਈ ਮਹਾਰਾਜਾ ਰਣਜੀਤ ਸਿੰਘ ਦੇ ਲਈ ਇੱਕ ਯਾਦਗਾਰ ਅਸਥਾਨ ਬਣਾਉਣ ਲਈ ਸੰਗਤ ਦਾ ਹੁਕਮ ਸੀਗਾ। ਇੱਕ ਬੇਨਤੀ ਕਰਦਾ ਹੋਇਆ ਚਲਾਂ ਕਿ ਜਿਨ੍ਹਾਂ ਨੇ ਇਹ ਵੀ ਅਸਥਾਨ ਦੇ ਇਤਿਹਾਸ ਸੁਣੇ ਨੇ, ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇੱਥੇ ਆਓ, ਆਪਣੇ ਗੁਰਧਾਮਾਂ ਦੀ ਯਾਤਰਾ ਕਰੋ। ਆਪਣੇ ਗੁਰਧਾਮਾਂ ਦੀ ਜਿੱਦਾਂ ਹਰ ਇੱਕ ਸਿੱਖ ਦੀ ਅਰਦਾਸ ਹੁੰਦੀ ਆ ਕਿ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਸਿੱਖ ਪੰਥ ਵਿੱਚ ਛੋੜਿਆ ਗਿਆ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ੋ। ਪਾਕਿਸਤਾਨ ਸਿੱਖ ਗੌਰਮੈਂਟ ਵੱਲੋਂ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਕਿ ਜਿਹੜੇ ਵੀ ਸਿੱਖ ਆਉਣਾ ਚਾਹੁੰਦੇ ਆ ਉਹਨਾਂ ਨੂੰ ਫ੍ਰੀ ਵੀਜ਼ਾ ਦਿੱਤਾ ਜਾਂਦਾ ਹੈ ਤੇ ਇਸ ਲਈ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿੰਨੀ ਵੱਧ ਤੋਂ ਵੱਧ ਸੰਗਤ ਆ ਸਕਦੀ ਇੱਥੇ ਆਓ, ਦਰਸ਼ਨ ਕਰੋ, ਆਪਣੇ ਗੁਰਦੁਆਰਿਆਂ ਗੁਰਧਾਮਾਂ ਦੀ ਸੇਵਾ ਸੰਭਾਲੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।